पिछले दिन ही केंद्र सरकार वालों एक योजना लियांदी गई है अग्निपथ योजना जिस विच कि ਜਿਹੜੇ ਭਾਰਤੀ ਸੈਨਾ ਦੇ ਜਵਾਨ ਹੋਣਗੇ ਉਹਨਾਂ ਦੀ ਭਰਤੀ 18 ਤੋਂ 21 ਸਾਲ ਦੀ ਉਮਰ ਤੱਕ ਹੋਏਗੀ ਤਾਂ ਸਿਰਫ ਉਹ 4 ਸਾਲ ਤੱਕ ਹੀ ਜਿਹੜਾ ਹੈ ਕੰਮ ਕਰ ਪਾਣਗੇ। ਉਸ ਤੋਂ ਬਾਅਦ ਉਹਨਾਂ ਨੂੰ ਸੇਵਾ ਮੁਕਤ ਕਰ ਦਿੱਤਾ ਜਾਏਗਾ, ਜਿਸ ਤੋਂ ਬਾਅਦ ਲਗਾਤਾਰ ਹੀ ਕੇਂਦਰ ਸਰਕਾਰ ਦਾ दूसरिया पार्टियां वालों विरोध किया जा रहा है। इस समय साडे नाल आम आदमी पार्टी के कुछ लीडर मौजूद है, गलबात करांगे उन्होंने की राय जानने की कोशिश करांगे कि जो अग्निपथ योजना जी है केंद्र सरकार लैके आई है कि उसका लाभ होएगा या नुकसान होएगा, क्योंकि ज़्यादातर पंजाब के पिंडों चों नौजवान जोड़े है वो फौज च भर्ती होने के बड़े इच्छुक होंगे है और उसके लिए काफ़ी मेहनत मशक्कत करते भी दिखाई देंगे है। हुण 4 साल की ही सिर्फ फौज च नौकरी मिलेगी, इस दे बाद नौजवानों का की भविख होएगा। इसलिए असीं गलबात करांगे। साडे नाल आम आदमी पार्टी तो अशोक तलवार जी मौजूद है। तलवार साहब, जो अग्निपथ योजना लियांदी गई केंद्र सरकार वालों, की लगता फायदा देगी या नौजवानों को नुकसान देगी? ਪਹਿਲਾਂ ਦੇਖੋ ਤੁਸੀਂ ਕੇਂਦਰ ਸਰਕਾਰ ਨੇ ਗਲਤੀ ਕੀਤੀ जी ਕਿਸਾਨਾਂ ਵਾਸਤੇ ਕਾਨੂੰਨ ਲੈ ਕੇ ਆਏ, ਕਿਸਾਨਾਂ ਨੂੰ ਪੁੱਛਿਆ ਹੀ ਨਹੀਂ। ਇਹ ਸਾਰਾ ਕਿਸਾਨ ਹੋ ਸੀਗਾ, ਉਹ ਕਹਿ ਰਹੇ ਕਿ ਅਸੀਂ ਕਿਸਾਨਾਂ ਦੇ ਫਾਇਦੇ ਵਾਸਤੇ, ਉਹ ਕਹ ਰਹੇ ਯਾਰ ਸਾਨੂੰ ਪੁੱਛਿਆ ਹੀ ਨਹੀਂ, ਦੱਸੋ ਤੁਸੀਂ ਸਾਡਾ ਫਾਇਦਾ ਕੀ ਹੈ, ਥੋਪ ਦਿੱਤਾ। ਉਹੀ ਚੀਜ਼ ਮੋਦੀ ਸਾਹਿਬ ਨੇ ਕੇਂਦਰ ਸਰਕਾਰ ਨੇ ਫਿਰ ਨੌਜਵਾਨਾਂ ਵਾਸਤੇ ਲੈ ਆਈ ਸੈਨਾ, ਜਿਹਦੇ ਵਾਸਤੇ ਲੈ ਕੇ ਆਈ ਹੁਣ ਤਾਂ ਪੁੱਛਿਆ ਹੀ ਨਹੀਂ। यार हद हो गई। किसी वास्ते तुसी करना चाह रहे हो, किदे वास्ते करना चाह रहे हो, पुछ तो लो। साडी पार्टी का आही स्टैंड है, बहुत क्लीयर है कि नौजवान जिहड़ा 4 साल सेवा करेगा, सेना की सेवा करेगा, उस तो बाद उहदा भविष्य की है, वो अपने आप नूं बिल्कुल नेरे च देखदा हैगा। माफ़ करना, 4 साल बाद उहदी मैरिजेबल एज है, 21-22 साल का हो जाएगा, 23-24 साल का। ਉਹਦੇ ਕੋਲ ਕੋਈ ਕਾਰੋਬਾਰ ਨਹੀਂ ਹੈ, ਕੋਈ ਰੋਜ਼ਗਾਰ ਨਹੀਂ ਹੈ, ਕਿਵੇਂ ਉਹਦੀ ਸ਼ਾਦੀ ਹੋਏਗੀ? ਉਹ ਯੁਵਾ ਉਸ ਤੇ ਦੇਖ ਰਿਹਾ, ਉਸ ਐਂਗਲ ਨੂੰ ਦੇਖ ਰਿਹਾ। ਮਾਂ ਬਾਪ ਨੂੰ ਕੀ ਕਹੇਗਾ, ਮੈਂ 4 ਸਾਲ ਫੌਜ ਤੋਂ ਆ ਗਿਆ, ਮੈਂ ਬੇਰੋਜ਼ਗਾਰ ਹੋ ਕੇ ਆ ਗਿਆ। ਆਮ ਆਦਮੀ ਪਾਰਟੀ ਦਾ ਬਹੁਤ ਕਲੀਅਰ ਹੈ, ਕੇਜਰੀਵਾਲ ਸਾਹਿਬ ਦਾ ਬਿਲਕੁਲ ਕਲੀਅਰ ਸਟੈਂਡ ਹੈਗਾ ਸਾਡਾ ਕਿ ਜਿੰਨੇ ਵੀ ਲੋਕ ਤੁਸੀਂ ਸੇਨਾ 'ਚ ਭਰਤੀ ਕਰ ਰਹੇ ਹੋ ਸਾਰਿਆਂ ਦੀ ਨੌਕਰੀ ਸੁਨਿਸ਼ਚਿਤ ਕਰੋ। जी जी 25% नहीं 100% ਸੁਨਿਸ਼ਚਿਤ ਕਰੋ। ਬਾਕੀਆਂ ਨੂੰ ਤੁਸੀਂ ਪੈਰਾਮਿਲਟਰੀ ਫੋਰਸਿਸ 'ਚ ਲੈ ਕੇ ਜਾਓ, ਪੁਲਿਸ 'ਚ ਲਓ, ਆਰਮੀ 'ਚ ਲਓ, ਰੇਲਵੇ 'ਚ ਸਿਕਿਉਰਿਟੀ ਗਾਰਡ 'ਚ ਰੱਖੋ, ਮਾਰਸ਼ਲ ਲਗਾਓ। ਤੁਸੀਂ ਉਹਨਾਂ ਨੂੰ ਅਸ਼ੋਰੈਂਸ ਪ੍ਰਦਾਨ ਕਰੋ। ਤੁਹਾਨੂੰ ਇੱਕ ਸੋਲਡਰ ਮਿਲ ਰਿਹਾ ਜਿਹਨੇ 4 ਸਾਲ ਆਪਣੀ ਜਵਾਨੀ ਲਗਾ ਰਹੀ ਹੈ ਪੂਰੀ, ਤੇ ਉਸ ਤੋਂ ਬਾਅਦ ਇੱਕ ਕੈਪੇਬਲ ਹੈ ਉਹ ਵਿਅਕਤੀ, ਤੇ ਉਹਦੀ ਕੈਪੇਬਿਲਿਟੀ ਦਾ ਇਸਤੇਮਾਲ ਕਰੋ। ਅਸੀਂ ਨੌਜਵਾਨਾਂ ਦਾ ਭਵਿੱਖ ਨੇਰੇ 'ਚ ਨਹੀਂ ਦੇਖ ਸਕਦੇ ਜੀ, ਮਾਫ ਨੇਰੇ 'ਚ ਨਹੀਂ ਦੇ ਸਕਦੇ। ਸਾਡਾ ਅਸੀਂ ਚਾਹੁੰਦੇ ਹਾਂ ਕਿ ਜਿੰਨੇ ਵੀ ਲੋਕਾਂ ਨੂੰ ਭਰਤੀ ਕੀਤਾ ਜਾਵੇ ਉਹਨਾਂ ਦੀ ਸਭ ਦੀ 100% ਜੌਬ ਸਿਕਿਉਰਡ ਹੋਣੀ ਚਾਹੀਦੀ ਹੈ। ਜੀ ਜੀ ਕੀ ਲੱਗਦਾ ਕਿ ਅਗਰ ਅਜਿਹਾ ਨਹੀਂ ਹੁੰਦਾ ਤਾਂ ਜਿਸ ਤਰੀਕੇ ਨਾਲ ਕਿਸਾਨ ਅੰਦੋਲਨ ਹੋਇਆ ਸੀ ਉਸ ਤਰੀਕੇ ਨਾਲ ਇਸ ਯੋਜਨਾ ਦਾ ਵੀ ਜਿਹੜਾ ਕੇਂਦਰ ਸਰਕਾਰ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ? ਦੇਖੋ ਜਿੱਥੇ ਵਿਰੋਧ ਹੋ ਰਿਹਾ ਹਰਿਆਣੇ 'ਚ ਸਭ ਤੋਂ ਜ਼ਿਆਦਾ ਹੋ ਰਿਹਾ, ਕੇਂਦਰ ਸਰਕਾਰ ਦੀ ਉੱਥੇ ਗਵਰਨਮੈਂਟ ਹੈ, ਹਾਂ ਆਪਣਾ ਸੀਐਮ ਹੈਗਾ। तो देखो तो सी बिहार इन्हों की गौरमेंट उत्थे विरोध, यूपी च विरोध, होर कई जगह सुगलाहट हो रही है। क्यों अग नूं पखन दे रहे हो? तुसी क्यों नहीं बैठ के जिन्हां दे वास्ते कानून बना रहे हो उन्होंने बुलाया क्यों नहीं जाता? बैठ के गलबात करो, कंसेंसस तैयार करो, अश्योर करो। नहीं कि तुहाडे मन च विचार आया और तुसी इंप्लीमेंट कर रहे हो, सर जिहदे वास्ते करना उन्होंने पुछो। जी जी लेकिन भाजपा तो कहती है भी केंद्र ने ਜਿਹੜੇ 8 ਸਾਲਾਂ ਦੇ ਵਿੱਚ ਵਿਕਾਸ ਹੀ ਬਹੁਤ ਜ਼ਿਆਦਾ ਕੀਤਾ, ਉਹ ਤੇ 8 ਸਾਲਾਂ ਦੇ ਵਿਕਾਸ ਦੇ ਜਿਹੜਾ ਗਲੀ ਗਲੀ ਜਾ ਕੇ ਉਹਦਾ ਪ੍ਰਚਾਰ ਕਰਦੇ ਹੋਏ ਦਿਖਾਈ ਦੇ ਰਹੇ। ਅੰਮ੍ਰਿਤਸਰ 'ਚ ਮੋਟਰਸਾਈਕਲ ਰੈਲੀਆਂ ਕੀਤੀਆਂ ਜਾ ਰਹੀਆਂ ਕਿ 8 ਸਾਲ 'ਚ ਜੋ ਕੁਝ ਮੋਦੀ ਜੀ ਨੇ ਕਰਤਾ ਕੋਈ ਕਰ ਹੀ ਨਹੀਂ ਸਕਦਾ। ਤੁਸੀਂ ਦੇਖਿਆ, ਤੁਸੀਂ ਪੱਤਰਕਾਰ ਹੋ, ਤੁਸੀਂ ਦੇਖਿਆ ਪਿਛਲੇ 8 ਸਾਲ 'ਚ ਅੰਮ੍ਰਿਤਸਰ 'ਚ ਕੀ ਵਿਕਾਸ ਹੋਇਆ? ਮੈਂ ਵੀ ਇੱਥੇ ਰਹਿੰਦਾ, ਮੈਂ ਤਾਂ ਕੋਈ ਨਹੀਂ ਦੇਖਿਆ। ਕਿਆ ਤੁਹਾਡੀ ਨਜ਼ਰਾਂ 'ਚ ਹੈ ਤਾਂ ਮੈਨੂੰ ਦੱਸ ਦੇਣਾ। ਇੱਥੇ ਆ ਗੌਰਮੈਂਟ ਨੇ ਆ ਵਿਕਾਸ ਕੀਤਾ, ਕਹਿੰਦੇ ਸਕੀਮਾਂ ਬਹੁਤ ਸਾਰੀਆਂ ਲੈ ਕੇ ਆਈ ਕੇਂਦਰ ਸਰਕਾਰ। ਸਕੀਮਾਂ ਲੈ ਕੇ ਆਣਾ, ਇੰਪਲੀਮੈਂਟ ਕਰਨਾ, ਔਰ ਗਰਾਊਂਡ ਲੈਵਲ ਤੇ ਹਰ ਵਿਅਕਤੀ ਦੇ ਕੋਲ ਸਕੀਮ ਪਹੁੰਚੇ ਔਰ ਹਰ ਵਿਅਕਤੀ ਕਵੇ ਕਿ ਮੈਨੂੰ ਇਹਦਾ ਲਾਭ ਮਿਲ ਰਿਹਾ ਹੈ। ਐਸਾ ਚੱਲਦੇ ਹੈ 10 ਬੰਦੇ ਖੜੇ ਕਰਦੇ ਹੈ, 10 ਚੋਂ ਦੇਖੋ ਕਿੰਨੇ ਕਹਿੰਦੇ ਹੈ। ਮੇਰਾ ਖਿਆਲ ਇੱਕ ਵਿਅਕਤੀ ਨਹੀਂ ਕਹੇਗਾ ਕਿਸੇ ਕੇਂਦਰ ਸਰਕਾਰ ਦੀ ਸਕੀਮ ਦਾ ਉਹਨੂੰ ਲਾਭ ਮਿਲਿਆ। ਕਾਗਜ਼ਾਂ 'ਚ ਤੁਸੀਂ ਕਰੀ ਜਾਓ, ਸਕੀਮਾਂ ਬਣਾਈ ਜਾਓ। किसानों वास्ते बनाती, किसानों को कोई लाभ नहीं, होर बनाता कोई लाभ नहीं। हुण तुसी नौजवानों वास्ते बनाता, नौजवान से कहते सानू कोई लाभ नहीं, सानू कोई लाभ नहीं। दूसरे पासे कह रहे हैं कि असीं 11 लाख रुपया 11,72,000 के करीब दे देवांगे। यार उहदी उम्र हो गई 22-23 साल 24 साल नौजवान दी, वो जो पैसा लैके आएगा
ਉਹਦੇ ਘਰ ਉਹਦੀ ਮਾਂ ਬਿਮਾਰ ਹੈ, ਫਾਦਰ ਕੋਈ ਬਿਮਾਰ ਹੈ, ਪੈਸਾ ਤੇ ਲੱਗ ਜਾਏਗਾ ਉਸੇ ਵੇਲੇ। ਉਹਦੀ ਸਿਸਟਰ ਵਿਆਹਣ ਵਾਲੀ ਹੋਈ ਪਈ ਹੈ, ਬਤਾਓ ਪਹਿਲਾਂ ਉਹਦਾ ਕੀ ਫਰਜ਼ ਹੋਏਗਾ? ਆਪਣੇ ਆਪ ਨੂੰ ਉਸ ਜਗ੍ਹਾ ਤੇ ਰੱਖ ਕੇ ਦੇਖੋ, ਉਹ ਆਪਣੀ ਭੈਣ ਦੀ ਸ਼ਾਦੀ ਪਹਿਲਾਂ ਕਰੇਗਾ ਨਾ, ਉਹ ਪੈਸਾ ਤਾਂ ਉੱਥੇ ਚਲਾ ਗਿਆ। ਜੇ ਉਹਦਾ ਮਕਾਨ ਜਿੱਥੇ ਰਹਿ ਰਿਹਾ ਉਹ ਠੀਕ ਠੂਕ ਕਰਨ ਦਾ ਹੋਇਆ, ਪੈਸਾ ਤਾਂ ਉੱਥੇ ਲੱਗ ਜਾਏਗਾ, ਉਸ ਮਕਾਨ ਤੇ ਲੱਗ ਜਾਏਗਾ। ਤਾਂ ਆ ਤੇ ਇੱਕ ਸਮਝ ਲਓ ਛਲਾਵਾ ਹੈਗਾ। ਆ ਬਿਲਕੁਲ ਮੋਦੀ ਸਰਕਾਰ ਇੱਕ ਛਲਾਵਾ ਕਰ ਰਹੀ ਹੈਗੀ ਹੈ। ਸਾਨੂੰ ਨੌਜਵਾਨ ਦਾ ਭਵਿੱਖ ਸੁਰੱਖਿਅਤ ਚਾਹੀਦਾ ਹੈ, ਉਹ ਅਨਇੰਪਲਾਇਡ ਨਹੀਂ ਚਾਹੀਦਾ। ਤੁਸੀਂ ਵਾਅਦਾ ਕੀਤਾ ਸੀ ਮੋਦੀ ਸਾਹਿਬ ਹਰ ਸਾਲ 2 ਕਰੋੜ ਨੌਕਰੀਆਂ ਦੇਵਾਂਗੇ, ਤੇ ਤੁਸੀਂ 4 ਸਾਲ ਬਾਅਦ ਨੌਕਰੀਆਂ ਛਿਨਣ ਲੱਗ ਪਏ ਹੋ। ਕਰੋਨਾ 'ਚ 2 ਸਾਲ ਕੋਈ ਭਰਤੀ ਨਹੀਂ ਹੋਈ ਸੈਨਾ ਦੀ, ਕਿਉਂ ਨਹੀਂ 100% ਕਰ ਦਿੰਦੇ? ਇਸ ਵੇਲੇ ਅਗਲੇ 2 ਸਾਲ ਕਿਉਂ ਨਹੀਂ 100% ਕਰ ਦਿੰਦੇ? ਤੁਸੀਂ ਵਾਅਦੇ ਕੀਤੇ ਆ, ਤੁਹਾਨੂੰ ਖੁਦ ਹੀ ਨਹੀਂ ਪਤਾ ਤੁਸੀਂ ਕਿਵੇਂ ਵਾਅਦੇ ਕੀਤੇ ਹੈਗੇ ਆ। ਜਦੋਂ ਤੁਸੀਂ ਕਹਿ ਰਹੇ ਆ ਸਕੀਮ ਉਹ ਸਕੀਮ, ਲਗਾਈ ਜੋ ਸਕੀਮਾਂ ਜਿੰਨੀਆਂ ਮਰਜ਼ੀ ਕਰ ਲਓ, ਪਬਲਿਕ ਨੂੰ ਜਿੰਨੀ ਦੇਰ ਤੱਕ ਫਾਇਦਾ ਨਹੀਂ ਹੁੰਦਾ। ਸਰ ਮੇਰੇ ਵਾਸਤੇ ਉਹ ਸਕੀਮ 2 ਕੌੜੀ ਦੀ। ਜੀ ਬਿਲਕੁਲ, ਤਾਂ ਇਹ ਸੀ ਅਸ਼ੋਕ ਤਲਵਾਰ ਜੋ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਹੈ। ਹੋਰ ਵੀ ਨੇਤਾ ਜਿਹੜੇ ਸਾਡੇ ਨਾਲ ਮੌਜੂਦ ਹੈ, ਗੱਲਬਾਤ ਕਰਦੇ ਆ। ਵਿਕਰਮ ਭਾਜੀ, ਕੀ ਕਹਿਣਾ ਚਾਹੋਗੇ ਜੋ ਅਗਨੀਪਥ ਯੋਜਨਾ ਜਿਹੜੀ ਹੈ ਕੇਂਦਰ ਸਰਕਾਰ ਨੇ ਲਾਂਚ ਕੀਤੀ ਹੈ, ਕੀ ਲੱਗਦਾ ਕਿ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ ਜਾਂ ਬੇਰੁਜ਼ਗਾਰ ਹੋਣਗੇ? ਸਰ ਨਮਸਕਾਰ ਜੀ, ਵਿਕਰਮਜੀਤ ਵਿੱਕੀ, ਡਿਸਟ੍ਰਿਕਟ ਮੀਡੀਆ ਇੰਚਾਰਜ। ਸਭ ਤੋਂ ਪਹਿਲਾਂ ਤਾਂ ਮੈਂ, ਤੁਸੀਂ ਯੋਜਨਾ ਕਹਿ ਰਹੇ ਹੋ, ਤਾਂ ਮੈਂ ਕਹਿੰਦਾ ਤੁਗਲਕੀ ਫਰਮਾਨ ਇਹਨਾਂ ਦੀ ਨੋਟਬੰਦੀ ਹੁੰਦੀ ਹੈ ਤੇ ਵੀ ਤੁਗਲਕੀ ਫਰਮਾਨ। ਰਾਤੋਂ ਰਾਤੀ ਸਕੀਮਾਂ ਕੱਢਦੇ, ਰਾਤੋਂ ਰਾਤੀ ਇੰਪਲੀਮੈਂਟ ਕਰਦੇ ਤੇ ਲਾ ਕੇ ਥੋਪ ਦਿੰਦੇ। ਜੀ ਜੀ। ਤੇ ਤੁਸੀਂ ਗੱਲ ਕਰ ਰਹੇ ਹੋ ਇਹ 4 ਸਾਲ ਬੱਚਾ ਕੰਮ ਕਰੇ, ਉਸ ਤੋਂ ਬਾਅਦ ਕਿੱਥੇ ਜਾਏਗਾ? ਉਸ ਤੋਂ ਬਾਅਦ ਤੇ ਮਤਲਬ ਕਿ ਉਹਦੇ ਕੋਲ ਐਂਡਲੈਸ ਹੀ ਹੈ ਨਾ, ਮਤਲਬ ਕਿ ਫਿਰ 4 ਸਾਲ ਕੰਮ ਕਰਾਇਆ, 30,000 ਪਰ ਮੰਥ ਦਿੱਤਾ, ਉਸ ਤੋਂ ਬਾਅਦ ਤੇ ਖਤਮ। ਜੀ ਜੀ। ਕੀ ਲੱਗਦਾ ਨੌਜਵਾਨਾਂ 'ਚ ਜਿੰਨਾ ਉਤਸ਼ਾਹ ਹੁੰਦਾ ਸੀ ਫੌਜ ਦੀ ਭਰਤੀ ਨੂੰ ਲੈ ਕੇ, ਓਨਾ ਉਤਸ਼ਾਹ ਹੁਣ ਰਹੇਗਾ ਇਹ ਯੋਜਨਾ ਆਉਣ ਤੋਂ ਬਾਅਦ? ਸਰ ਉਤਸ਼ਾਹ ਅੱਜ ਵੀ ਹੈ, ਉਤਸ਼ਾਹ ਪਹਿਲਾਂ ਵੀ ਹੈ, ਪਰ ਇਹ ਧੋਖਾ ਹੋ ਰਿਹਾ। ਇਹ ਉਤਸ਼ਾਹ ਨਹੀਂ ਹੈ, ਸਿਰਫ ਇੱਕ ਪਲਾਨ ਕਰਦੇ ਆ, ਰਾਤੋਂ ਰਾਤ ਸੋਚਦੇ ਆ ਤੇ ਉਹ ਥੋਪ ਦਿੰਦੇ ਆ। ਪਰ ਗਲਤ ਹੈਗਾ, ਇਹ ਸਿਸਟਮ ਸਹੀ ਨਹੀਂ ਹੈ। ਇਹ ਪੁੱਛਦੇ ਹੀ ਨਹੀਂ ਕਿਸੇ ਨੂੰ, ਕਿਸੇ ਨਾਲ ਸਲਾਹ ਮਸ਼ਵਰਾ ਨਹੀਂ, ਕਿਸੇ ਨਾਲ ਆਮ ਬੰਦਿਆਂ ਨਾਲ ਪੁੱਛਦੇ ਨਹੀਂ। ਆਮ ਲਾਈਕ ਇਹ ਸਰਕਾਰੀ ਡਿਸੀਜਨ ਹੈ, ਸਰਕਾਰ ਕਿਸੇ ਕੋਲੋਂ ਨਹੀਂ ਪੁੱਛਦੇ। ਜੀ ਜੀ। ਇਹ ਕੀ ਇਹਦਾ ਇਹੀ ਕਾਰਨ ਸਮਝਦੇ ਕਿ ਨੌਜਵਾਨ +2 ਦੀ ਪੜ੍ਹਾਈ ਕਰਨ ਤੋਂ ਬਾਅਦ ਵਿਦੇਸ਼ਾਂ ਵੱਲ ਨੂੰ ਰੁਖ ਕਰ ਰਹੇ ਹੈ ਕਿ ਇੱਥੇ ਰੋਜ਼ਗਾਰ ਨਹੀਂ ਹੈ, ਜੇ ਰੋਜ਼ਗਾਰ ਹੈ ਵੀ ਹੈ ਤੇ ਉਹ ਸਹੀ ਤਰੀਕੇ ਨਾਲ ਮਿਲ ਨਹੀਂ ਰਿਹਾ? ਸਰ ਰੁਜ਼ਗਾਰ ਹੋਵੇ ਤੇ ਲੋਕੀ ਬਾਹਰ ਕਿਉਂ ਭੱਜਣ? ਅੱਜ ਪ੍ਰਾਪਰਟੀਆਂ ਆਪਣੀਆਂ ਜ਼ਮੀਨਾਂ ਵੇਚ ਰਹੇ ਨੇ ਕਿ ਇੱਥੇ ਕੰਮ ਨਹੀਂ ਗਾ। ਇਹ ਮੈਕਸਿਮਮ ਹੋ ਕੀ ਰਿਹਾ ਵਾ ਕਿ ਆਪਣਾ ਮੋਦੀ ਜੀ ਪ੍ਰਚਾਰ ਤੇ ਬੜਾ ਜ਼ਬਰਦਸਤ ਕਰਦੇ ਨੇ, ਸਟਾਰ ਪ੍ਰਚਾਰਕ ਹੈਗੇ ਨੇ ਆਪਣੀ ਪਾਰਟੀ ਦੇ, ਠੀਕ ਹੈ ਜੀ, ਮਗਰ RSS ਦਾ ਬਹੁਤ ਅੱਛਾ ਇਹਨਾਂ ਦਾ ਮਿਲ ਰਿਹਾ, ਅੰਬਾਨੀ ਅਡਾਨੀ ਦਾ ਸਾਰਾ ਇਹਨਾਂ ਨੂੰ ਸਹਿਯੋਗ ਮਿਲ ਰਿਹਾ, ਪਰ ਇਹ ਆਮ ਲੋਕਾਂ ਤੱਕ ਕਿਉਂ ਨਹੀਂ ਉਹ ਇੰਪਲੀਮੇਸ਼ਨ ਆ ਰਹੀ? ਜੀ ਜੀ। ਤਾਂ ਕੀ ਲੱਗਦਾ ਕਿ ਕਿੰਨਾ ਕੁ ਨੁਕਸਾਨ ਹੋਏਗਾ ਇਸ ਯੋਜਨਾ ਦੇ ਨਾਲ? ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਨੌਜਵਾਨਾਂ ਨੂੰ ਕਿੰਨਾ ਕੁ ਨੁਕਸਾਨ ਹੋਏਗਾ? ਸਰ ਤੁਸੀਂ 16 ਸਾਲ ਦਾ ਜਿਹੜੀ ਸਰਕਾਰੀ ਜੋਬ ਨੂੰ ਕੱਟ ਕੇ 4 ਸਾਲ ਕਰਨ ਦੇ ਤੇ 12 ਸਾਲ ਤੇ ਤੁਸੀਂ ਖਾ ਰਹੇ ਹੋ ਨਾ, ਫਿਰ ਤੇ ਨੁਕਸਾਨ ਨਹੀਂ ਤੇ ਬੈਨੀਫਿਟ ਕਿੱਥੇ ਹੈ? ਜੀ ਜੀ। ਇਹ ਤੁਸੀਂ ਜੇ ਇਹਦਾ ਵਿਰੋਧ ਨਾ ਹੁੰਦਾ ਤੇ 34 ਜਿਹੜੀਆਂ ਟ੍ਰੇਨਾਂ ਬੰਦ ਹੋਈਆਂ ਕਿਉਂ ਹੋਈਆਂ? ਲੋਕਾਂ ਨੇ ਬਿਹਾਰ ਚਲੇ ਜਾਓ, ਬਿਹਾਰ 'ਚ ਬੰਦ, ਤੁਸੀਂ ਹਿਮਾਚਲ ਇੱਧਰ ਹਰਿਆਣੇ ਚਲੇ ਜਾਓ, ਉੱਧਰ ਬੰਦ, ਮੱਧ ਪ੍ਰਦੇਸ਼ 'ਚ ਬੰਦ। ਲੋਕੀ ਵਿਰੋਧ ਕਿਉਂ ਕਰ ਰਹੇ ਆ? ਜੀ ਜੀ। ਵਿਰੋਧ ਜੇ ਲੋਕਾਂ ਨੂੰ ਲੱਗ ਰਿਹਾ ਇਹਨਾਂ ਦੀ ਕੋਈ ਸਹੀ ਤਰੀਕੇ ਨਾਲ ਨਹੀਂ ਕਰਨ ਦੇ, ਇੰਪਲੀਮੈਂਟ ਕਰਨ ਦੇ, ਤਾਂ ਹੀ ਵਿਰੋਧ ਕਰਨ ਦੇ ਨੇ। ਜੀ ਬਿਲਕੁਲ ਬਿਲਕੁਲ। ਤਾਂ ਹੋਰ ਅੰਮ੍ਰਿਤਸਰ ਦੇ ਕੁਝ ਸ਼ਹਿਰ ਵਾਸੀ ਸਾਡੇ ਨਾਲ ਮੌਜੂਦ ਹੈ, ਗੱਲਬਾਤ ਕਰਾਂਗੇ। ਭਾਜੀ ਕੀ ਨਾਮ ਹੈ ਤੁਹਾਡਾ ਤੇ ਕੀ ਕਹਿਣਾ ਚਾਹੋਗੇ ਜੋ ਅਗਨੀਪਥ ਯੋਜਨਾ ਲਿਆਂਦੀ ਗਈ ਹੈ ਕਿ ਸਿਰਫ 4 ਸਾਲ ਨੌਕਰੀ ਕਰੋਗੇ ਨੌਜਵਾਨ, ਕੀ ਕਹਿਣਾ ਚਾਹੋਗੇ ਇੱਥੇ? ਮੇਰਾ ਨਾਮ ਪਲਵਿੰਦਰ ਹੈ ਜੀ, ਤੇ ਜੋ ਇਹ ਯੋਜਨਾ ਲਿਆਂਦੀ ਗਈ ਬਹੁਤ ਹੀ ਮੰਦਭਾਗੀ ਆ, ਕਿਉਂਕਿ ਇਹਦੇ ਨਾਲ ਜਿਹੜੇ ਨੌਜਵਾਨਾਂ ਨੂੰ ਕੋਈ ਫਾਇਦਾ ਨਹੀਂ ਆ, ਨੁਕਸਾਨ ਹੀ ਆ। ਕਿਉਂਕਿ ਜਿਨ੍ਹਾਂ ਨੇ ਇੰਨੇ ਸਾਲਾਂ ਦੀਆਂ ਮਿਹਨਤਾਂ ਕਰਕੇ, ਜਿਨ੍ਹਾਂ ਨੂੰ ਉਮੀਦ ਹੁੰਦੀ ਕਿ ਅਸੀਂ ਫੌਜ ਦੇ ਵਿੱਚ ਭਰਤੀ ਹੋਵਾਂਗੇ, ਉਹਨਾਂ ਦੀ ਮਿਹਨਤ ਦੇ ਉੱਤੇ ਮੋਦੀ ਸਰਕਾਰ ਨੇ ਪਾਣੀ ਫੇਰਤਾ। ਕਿਉਂਕਿ 16 ਸਾਲ ਦੀ ਜਿਹੜੀ ਨੌਕਰੀ ਹੁਣ ਸਿਰਫ 4 ਸਾਲਾਂ ਦੇ ਵਿੱਚ ਹੀ ਕਨਵਰਟ ਕਰਤਾ, ਉਹ ਬਹੁਤ ਮੰਦਭਾਗੀ ਗੱਲ ਆ। ਜੀ।
ਕੀ ਲੱਗਦਾ ਨਹੀਂ ਕਿ ਨੌਜਵਾਨ ਵਿਦੇਸ਼ਾਂ 'ਚ ਜਾਂਦੇ ਸੀ ਪੰਜਾਬ ਦੀ ਗੱਲ ਕਰੀਏ, ਪਿੰਡਾਂ 'ਚ ਜਾਂ ਤਾਂ ਨੌਜਵਾਨ ਵਿਦੇਸ਼ਾਂ ਵੱਲ ਨੂੰ ਰੁਖ ਕਰਦੇ ਆ ਜਾਂ ਫਿਰ ਫੌਜ ਦੀ ਭਰਤੀ ਵੱਲ ਨੂੰ ਰੁਖ ਕਰਦੇ ਆ। ਜਿਹੜੇ ਰਹਿੰਦੇ ਸੀ ਹੁਣ ਜਿਹੜੇ ਫੌਜ 'ਚ ਜਾਣਾ ਚਾਹੁੰਦੇ ਸੀ ਉਹ ਵੀ ਵਿਦੇਸ਼ਾਂ ਵੱਲ ਨੂੰ ਤਾਂ ਨਹੀਂ ਕਿਤੇ ਰੁਖ ਕਰ ਜਾਣਗੇ? ਇਹ ਤੇ ਜੀ ਹੁਣ ਮੋਦੀ ਸਰਕਾਰ ਨੇ ਇੱਕ ਠਾਹ ਕਰਦਾ ਸੋਟਾ ਪੰਜਾਬੀਆਂ ਦੇ ਸਿਰ ਲਿਆ ਮਾਰਿਆ ਵਾ ਕਿ ਹੁਣ ਇਹ ਤੇ ਜਿਹੜੀ ਨੌਜਵਾਨ ਪੀੜ੍ਹੀ ਆ ਇਹਦੇ ਉਹਨਾਂ ਦਾ ਇਸ ਵੇਲੇ ਪਤਾ ਨਹੀਂ ਕੀ ਮਨ ਕੀ ਕਿਹੜੇ ਪਾਸੇ ਤੁਰ ਪਵੇ। ਸਾਨੂੰ ਤੇ ਡਰ ਲੱਗਦਾ ਵਾ ਕਿ ਪੁੱਠੇ ਕੰਮਾਂ ਪਾਸੇ ਨਾ ਨੌਜਵਾਨਾਂ ਦਾ ਤੁਰ ਪਵੇ, ਜਿਹਦੇ ਨਾਲ ਪੰਜਾਬ ਵਾਸੀਆਂ ਨੂੰ, ਦੇਸ਼ ਵਾਸੀਆਂ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪਵੇ। ਇਹ ਤੇ ਬੀਜੇਪੀ ਨੂੰ, ਸਰਕਾਰ ਨੂੰ ਚਾਹੀਦਾ, ਬਹੁਤ ਹੀ ਗਲਤ ਸਟੈਂਡ ਉਹਨਾਂ ਨੇ ਲੈ ਲਿਆ ਕਿ ਇਦਾਂ ਦਾ ਕੋਈ ਨਹੀਂ ਇਹਨਾਂ ਨੂੰ ਫੈਸਲਾ ਲੈਣਾ ਚਾਹੀਦਾ ਸੀ, ਕਿਉਂਕਿ ਜੇਕਰ ਇਹ ਫੈਸਲਾ ਇਹੋ ਜਿਹਾ ਲੈਣਾ ਹੋਵੇ ਤਾਂ ਹਮੇਸ਼ਾ ਜਨਤਾ ਦੀ ਰਾਏ ਲੈ ਕੇ ਲੈਣੀ ਚਾਹੀਦੀ ਹੈ। ਜਿਵੇਂ ਸੀਐਮ ਸਾਹਿਬ ਆਪਣੇ ਲੈਂਦੇ ਨੇ, ਮਾਨ ਸਾਹਿਬ ਜਿਵੇਂ ਜਨਤਾ ਦੀ ਰਾਏ ਲੈ ਕੇ ਲੈਂਦੇ ਫੈਸਲਾ, ਉਵੇਂ ਫੈਸਲਾ ਲੈਣਾ ਚਾਹੀਦਾ ਸੀ। ਗਲਤ ਫੈਸਲਾ ਇਹਨਾਂ ਦਾ। ਇਹ ਸਕੀਮ ਸੀਗੀ ਜੋ ਡਿਫੈਂਸ ਗੌਰਮੈਂਟ ਦੀ, ਜੋ 4 ਸਾਲ ਦੀ ਭਰਤੀ ਬਾਰੇ ਜਵਾਨਾਂ ਦਾ ਬਾਰੇ ਸਕੀਮ ਚਲਾਈ ਹੈ, ਜੋ ਕਿ ਇਹ ਸਕੀਮ ਹੈ ਮਤਲਬ ਇਹ ਸਕੀਮ ਇੰਨੀ ਫਿੱਟ ਨਹੀਂ ਬੈਠਣੀ ਹੈ, ਕਿਉਂਕਿ 4 ਸਾਲ ਦੇ ਵਿੱਚ ਜਵਾਨ ਦਾ ਐਡਾ ਕੋਈ ਤਜਰਬਾ ਨਹੀਂ ਹੁੰਦਾ ਹੈਗਾ। 4 ਸਾਲ ਦੇ ਵਿੱਚ ਉਹ ਚਾਈਨਾ ਦੇ ਨਾਲ 4000 ਕਿਲੋਮੀਟਰ ਦੀ ਸਰਹੱਦ ਹੈ ਅਤੇ ਪਾਕਿਸਤਾਨ ਦੇ ਨਾਲ ਤਾਂ ਰਾਜਸਥਾਨ, ਗੁਜਰਾਤ ਅਤੇ ਪੰਜਾਬ ਅਤੇ JNK ਦਾ ਖੁੱਲ੍ਹੀ ਸਰਹੱਦ ਹੈ ਕਿ ਇਹਨਾਂ ਪਹਾੜੀ ਇਲਾਕਿਆਂ ਦੇ ਵਿੱਚ 4 ਸਾਲ ਦੇ ਵਿੱਚ ਜਵਾਨ ਨੂੰ ਕੀ ਤਜਰਬਾ ਹੋਏਗਾ। ਅਤੇ ਜਿਹੜੀ ਸਕੀਮ ਹੈ ਡਿਫੈਂਸ ਗੌਰਮੈਂਟ ਦੀ ਅਤੇ ਭਾਜਪਾ ਦੀ, ਇਹ ਸਹੀ ਨਹੀਂ ਬੈਠਣੀ ਹੈਗੀ। ਕਿਉਂ ਦੂਸਰੀ ਗੱਲ ਹੈ ਕਿ ਰੈਜੀਮੈਂਟਾਂ ਨੂੰ ਇਹ ਖਤਮ ਕਰ ਰਹੇ ਹੈ। ਸਾਡਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੋਂ ਵੇਲੇ ਤੋਂ ਸਿੱਖ ਰੈਜੀਮੈਂਟ ਚੱਲੀ ਹੈ, ਬਾਕੀ ਪੰਜਾਬ ਰੈਜੀਮੈਂਟ ਇਸ ਤਰ੍ਹਾਂ ਦੇ ਇਨਫੈਂਟਰੀ ਦੇ 40 ਗਰੁੱਪ ਹੈ ਅਤੇ ਆਪਣਾ ਮਾਣ ਹੁੰਦਾ ਹਰੇਕ ਨੂੰ ਆਪਣੇ ਗਰੁੱਪ 'ਤੇ। ਆਪਾਂ 28 ਸਾਲ ਨੌਕਰੀ ਕਰਕੇ ਆਏ ਹਾਂ, ਪਰ ਇਹ ਜਿਹੜਾ ਰੈਜੀਮੈਂਟਾਂ ਨੂੰ ਵੀ ਖਤਮ ਕਰ ਰਹੇ ਆ ਅਤੇ ਆਪਣਾ ਪਿਛਲਾ ਇਤਿਹਾਸ ਵੀ ਆ ਸਾਡਾ ਇਹ ਖਤਮ ਕਰ ਦੇਣਗੇ। ਅਤੇ ਇਹ ਸਕੀਮ ਬਿਲਕੁਲ ਫਿੱਟ ਨਹੀਂ ਹੈਗੀ ਅਤੇ ਇਹਨੂੰ ਜੋ ਹੈ ਵਾਪਸ ਲੈਣਾ ਚਾਹੀਦਾ ਹੈ, ਕਿਉਂ 4 ਸਾਲ ਦੇ ਵਿੱਚ ਇੱਕ ਜਵਾਨ ਨੂੰ ਤਿਆਰ ਕਰਨ ਵਾਸਤੇ ਵੀ ਕਮ ਸੇ ਕਮ 7 ਸਾਲ ਦਾ ਸਮਾਂ ਲੱਗਦਾ ਹੈ। ਮਤਲਬ ਰਾਜਸਥਾਨ ਦੇ ਵਿੱਚ ਲੜਾਈ ਉਹ ਜਵਾਨ ਕਿਸ ਤਰ੍ਹਾਂ ਲੜੇਗਾ, ਮਾਊਂਟਨ ਦੇ ਵਿੱਚ ਕਿਸ ਤਰ੍ਹਾਂ ਲੜੇਗਾ, ਬਰਫੀਲੇ ਇਲਾਕਿਆਂ ਦਾ ਉਹਨੂੰ ਕੋਈ ਅਭਿਆਸ ਨਹੀਂ ਹੋਏਗਾ। ਅਤੇ ਬਿਲਕੁਲ ਜਿਹੜੀ ਫੌਜ ਹੈ, ਆਪਣਾ ਦੇਸ਼ ਚੱਲਦਾ ਹੈ ਡਿਫੈਂਸ 'ਤੇ ਚੱਲਦਾ ਹੈ, ਫੌਜ ਦੇ ਸਿਰ 'ਤੇ ਹੈ। ਜੇ ਸਾਡੀ ਫੌਜ ਹੀ ਪੁਲਿਸ ਤੋਂ ਵੀ ਥੱਲੇ ਕਰ ਦਿੱਤੀ ਇਹਨਾਂ ਨੇ, ਫਿਰ ਤਾਂ ਇਹ ਦੇਸ਼ ਦਾ ਮਤਲਬ ਅੱਗੇ ਪਰਮਾਤਮਾ ਹੀ ਜਾਣਦਾ ਵੀ ਕੀ ਬਣੂਗਾ। ਅਤੇ ਇਹਨਾਂ ਨੂੰ ਵਾਪਸ ਲੈਣਾ ਚਾਹੀਦਾ। ਅਗਰ ਨਹੀਂ ਲੈਣਗੇ ਤਾਂ ਫਿਰ ਜਿਹੜੇ ਹਾਲਾਤ ਉਹ ਆਪਣੇ ਆਪ ਹੀ ਸਰਕਾਰ ਨੂੰ ਪਤਾ ਲੱਗ ਜਾਣੇ ਆ ਕਿ ਜਦੋਂ ਚਾਈਨਾ ਦੀ ਫੌਜ ਹੈ ਇੰਨੀ ਖਤਰਨਾਕ ਹੈ ਅਤੇ ਪਾਕਿਸਤਾਨ ਦੀ, ਅਤੇ ਫਿਰ ਇਹ ਮੁਕਾਬਲਾ ਨਹੀਂ ਕਰ ਸਕਦੇ 4 ਸਾਲ ਵਾਲੇ ਜਵਾਨ। ਇਹ ਸਰਕਾਰ ਦੁਆਰਾ ਸਕੀਮ ਚਲਾਈ ਜਾ ਰਹੀ ਹੈ ਕਿ 4 ਸਾਲ ਲਈ ਹੀ ਬੱਚਿਆਂ ਨੂੰ ਫੌਜ ਵਿੱਚ ਭਰਤੀ ਕੀਤਾ ਜਾਏਗਾ। ਅਸੀਂ ਇਹ ਦੱਸਣਾ ਚਾਹਾਂਗੇ ਕਿ 4 ਸਾਲ ਦਾ ਟਾਈਮ ਕੋਈ ਬਹੁਤ ਜ਼ਿਆਦਾ ਟਾਈਮ ਨਹੀਂ ਹੁੰਦਾ। ਇਹ ਬਹੁਤ ਘੱਟ ਸਮਾਂ ਹੈ ਜਿਹਦੇ ਵਿੱਚ ਅਸੀਂ ਇੱਕ ਸੋਲਜਰ ਨੂੰ ਤਿਆਰ ਵੀ ਨਹੀਂ ਕਰ ਸਕਦੇ ਪੂਰੀ ਤਰ੍ਹਾਂ। ਨਾ ਉਹ ਹਥਿਆਰ ਸਿੱਖ ਸਕਦਾ ਹੈ ਚਲਾਣੇ, ਔਰ ਨਾ ਹੀ ਉਹ ਜ਼ਮੀਨੀ ਪੱਧਰ 'ਤੇ ਕਿਸੇ ਚੀਜ਼ ਦੀ ਸਮੀਖਿਆ ਕਰ ਸਕਦਾ ਹੈ ਕਿ ਮੈਂ ਕਿਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਜਾ ਕੇ, ਕਿਸ ਤਰ੍ਹਾਂ ਦੇ ਵਾਤਾਵਰਨ ਵਿੱਚ ਰਹਿਣਾ ਹੈ, ਕਿੱਦਾਂ ਦੀ ਉਸ ਜਗ੍ਹਾ ਦੀ ਸਿਚੁਏਸ਼ਨ ਹੈ ਜੋ ਬਾਰਡਰਾਂ ਦੇ ਉੱਪਰ ਹੈ। ਸੋ ਸਾਡੀ ਸਰਕਾਰ ਨੂੰ ਇਹੀ ਅਪੀਲ ਹੈ, ਕਿਉਂਕਿ ਸਾਡਾ ਇਹ ਆਪਣਾ ਨਿੱਜੀ ਐਕਸਪੀਰੀਅੰਸ ਹੈ, ਸਾਡਾ ਤਜਰਬਾ ਹੈ ਕਿ ਅਸੀਂ 20-24 ਸਾਲ ਨੌਕਰੀਆਂ ਕਰਕੇ ਫੌਜ 'ਚੋਂ ਆਏ ਹਾਂ। ਸਾਨੂੰ ਪਤਾ ਹੈ ਕਿ ਕਿੱਦਾਂ ਸਿਖਲਾਈ ਕੀਤੀ ਜਾਂਦੀ ਹੈ ਔਰ ਕਿੰਨਾ ਇਹਦੇ ਵਿੱਚ ਸੰਘਰਸ਼ ਕਰਨਾ ਪੈਂਦਾ ਹੈ। ਇੱਕ ਟ੍ਰੇਨਡ ਹੋਣ ਦੇ ਲਈ ਇੱਕ ਬਹੁਤ ਹੀ ਮਿਹਨਤ ਕਰਨੀ ਪੈਂਦੀ ਹੈ। ਇੱਕ ਛੋਟੀ ਉਮਰ ਦੇ ਵਿੱਚ ਹੀ ਅਸੀਂ 4 ਸਾਲ ਦੇ ਵਿੱਚ ਨਾ ਕਿਸੇ ਨੂੰ ਕੁਝ ਸਿਖਾ ਸਕਦੇ ਹਾਂ ਅਤੇ ਨਾ ਹੀ ਉਹਦੇ ਕੋਲੋਂ ਕੁਝ ਪਾ ਸਕਦੇ ਹਾਂ। ਜੋ ਹਾਲਾਤ ਅੱਗੇ ਪੈਦਾ ਹੋਣਗੇ ਉਹਦੇ ਬਾਰੇ ਤਾਂ ਸਰਕਾਰ ਹੀ ਚੰਗੀ ਭਾਂਤੀ ਜਾਣਦੀ ਹੈ ਕਿ ਜੇਕਰ ਗੁਆਂਢੀ ਮੁਲਕ ਸਾਡਾ ਕੱਲ੍ਹ ਨੂੰ ਕੁਛ ਇਹੋ ਜਿਹੀ ਕੋਈ ਹਰਕਤ ਜਾਂ ਵਾਰਦਾਤ ਕਰਦਾ ਹੈ ਅਤੇ ਸਾਡੇ 4 ਸਾਲ ਦੇ ਲਈ ਜੋ ਰੱਖੇ ਹੋਏ ਫੌਜੀ ਹੈ ਉਹਨਾਂ ਕੋਲੋਂ ਕਿੰਨੀ ਕੁ ਵਫਾਦਾਰੀ ਦੇ ਨਾਲ ਉਹ ਉਸ ਦੀ ਡਿਊਟੀ ਨਿਭਾ ਸਕਦੇ ਹਨ। ਸੋ ਇਸ ਲਈ ਜਿੰਨੇ ਵੀ ਇੱਥੇ ਦੇ ਨੌਜਵਾਨ ਹਨ ਸਾਰੇ ਹੀ ਇਸ ਚੀਜ਼ ਦਾ ਵਿਰੋਧ ਕਰਦੇ ਹਨ ਔਰ ਅਸੀਂ ਸਾਰੇ ਸਾਬਕਾ ਫੌਜੀ ਵੀ ਇਸ ਚੀਜ਼ ਦਾ ਵਿਰੋਧ ਦੇ ਵਿੱਚ ਹਾਂ ਕਿ ਇਹ ਬਹੁਤ ਗਲਤ ਗੱਲ ਹੈ। ਇਹੋ ਜਿਹੇ ਕਾਨੂੰਨ ਨਹੀਂ ਪਾਸ ਕਰਨੇ ਚਾਹੀਦੇ ਜਿਸ ਦਾ ਸਾਡੇ ਦੇਸ਼ ਨੂੰ ਨੁਕਸਾਨ ਹੋਵੇ। ਅਤੇ ਮੈਂ ਜਿਹੜਾ ਇਹ ਅਗਨੀ ਪੰਥ ਇੱਕ ਪ੍ਰਧਾਨ ਮੰਤਰੀ ਮਾਨਯੋਗ ਮੋਦੀ ਸਾਹਿਬ ਨੇ ਚਲਾਈ ਹੈ, ਇਹ ਬਹੁਤ ਗਲਤ ਹੈ, ਬਹੁਤ ਬੇਬੁਨਿਆਦ ਹੈ। ਮੈਂ ਇਹਦਾ ਕਾਫੀ ਵਿਰੋਧ ਕਰਦਾ ਹਾਂ ਕਿ ਇਹ ਜਿਹੜਾ ਇਹਨਾਂ ਨੇ ਚਲਾਈ ਹੈ ਸਕੀਮ 4 ਸਾਲ ਬੱਚਿਆਂ ਨੂੰ ਭਰਤੀ ਕਰਨਾ, ਇੱਕ ਇਹਨਾਂ ਨੂੰ ਵਾਪਸ ਲੈਣੀ ਚਾਹੀਦੀ ਮੋਦੀ ਸਾਹਿਬ ਨੂੰ। ਇਹ ਸਕੀਮ ਬਿਲਕੁਲ ਬੇਬੁਨਿਆਦ ਹੈ, ਬਹੁਤ ਗਲਤ ਹੈ। ਅਤੇ ਮੈਂ ਆਰਮਡ ਕੋਰ ਦੇ ਬਿਲੋਂਗ ਕਰਦਾ। ਆਰਮਡ ਕੋਰ ਦੇ ਵਿੱਚ 18 ਮਹੀਨੇ ਦੀ ਤਾਂ ਟ੍ਰੇਨਿੰਗ ਹੁੰਦੀ ਹੈ। ਇਨਫੈਂਟਰੀ ਦੇ ਵਿੱਚ 9 ਮਹੀਨੇ ਦੀ ਟ੍ਰੇਨਿੰਗ ਹੈ, ਆਰਮਡ ਕੋਰ ਦੇ ਵਿੱਚ 18 ਮਹੀਨੇ ਦੀ ਟ੍ਰੇਨਿੰਗ ਹੈ।
ਜਿਹਦੇ ਵਿੱਚ 18 ਮਹੀਨੇ ਟ੍ਰੇਨਿੰਗ ਕਰਕੇ ਉਹਦੇ ਬਾਅਦ ਬੰਦਾ 2 ਮਹੀਨੇ ਦੀ ਛੁੱਟੀ ਕੱਟਦਾ ਬੱਚਾ, ਉਹਦੇ ਬਾਅਦ ਉਹ ਯੂਨਿਟਾਂ ਦੇ ਵਿੱਚ ਜਾਂਦਾ ਆ। 1 ਸਾਲ ਵਿੱਚ ਯੂਨਿਟ ਦੇ ਵਿੱਚ ਵੀ ਟੈਂਕਾਂ ਤੇ ਹੋਰ ਆਪਣਾ ਕਾਫੀ ਕੁਝ ਸਿੱਖਣ ਨੂੰ ਮਿਲਦਾ, ਜਿਹਦੇ ਵਿੱਚ ਆਪਾਂ ਹਜਾ ਪੂਰਾ ਨਹੀਂ ਉਹਨੂੰ ਟ੍ਰੇਨ ਕਰ ਸਕਦੇ। 1 ਸਾਲ 1.5 ਸਾਲ ਉਹਨੂੰ ਲੱਗਦਾ ਟ੍ਰੇਨ ਹੋਣ ਵਾਸਤੇ, ਉਹਦੇ ਬਾਅਦ 4 ਸਾਲ ਦਾ ਬਹੁਤ ਸਮਾਂ ਘੱਟ ਹੈ ਤੇ ਬੱਚਾ ਵਧੀਆ ਟ੍ਰੇਨ ਸੋਲਜਰ ਨਹੀਂ ਬਣ ਸਕਦਾ। ਤਾਂ ਜੀ ਇਹ ਬਹੁਤ ਗਲਤ ਹੈ ਤੇ ਮੈਂ ਇਸ ਚੀਜ਼ ਦਾ ਕਾਫੀ ਵਿਰੋਧ ਕਰਦਾ ਐਜ ਇੱਕ ਸਰਵਿਸਮੈਨ। ਸਾਡੇ ਜਿਹੜੀ ਨਵੀਂ ਸੈਂਟਰ ਸਰਕਾਰ ਨੇ ਨਵੀਂ ਸਕੀਮ ਲਾਗੂ ਕੀਤੀ ਹੈ 4 ਸਾਲ ਦੀ ਅਗਨੀਪਥ, ਜੋ ਕਿ ਸਾਨੂੰ ਬਿਲਕੁਲ ਮਨਜ਼ੂਰ ਨਹੀਂ ਹੈ। ਅਸੀਂ ਇਹਨਾਂ ਦਾ ਵਿਰੋਧ ਕਰਦੇ ਆ। ਪੂਰੇ ਸਾਡੇ ਦੇਸ਼ 'ਚ ਵਿਰੋਧ ਹੋ ਰਿਹਾ ਇਹਦਾ। ਸਾਨੂੰ ਘੱਟੋ ਘੱਟ 4 ਸਾਲ ਹੋ ਗਏ ਪ੍ਰੈਕਟਿਸ ਕਰਦੇ ਨੂੰ। ਇਹ ਕਹਿੰਦੇ ਕਿ 4 ਸਾਲ ਤੁਹਾਨੂੰ ਨੌਕਰੀ ਦੇਵਾਂਗੇ, ਉਸ ਤੋਂ ਬਾਅਦ ਕਹਿੰਦੇ ਲਾਲਚ ਦੇ ਰਹੇ ਆ ਸਾਨੂੰ ਕਿ ਤੁਹਾਨੂੰ ਸਰਟੀਫਿਕੇਟ ਵਗੈਰਾ ਦੇਵਾਂਗੇ ਜਾਂ ਕੁਝ ਹੋਰ ਦੇਵਾਂਗੇ। ਸਾਨੂੰ ਇਹ ਚੀਜ਼ਾਂ ਨਹੀਂ ਚਾਹੀਦੀਆਂ। ਸਾਨੂੰ ਜਿਹੜੀ ਨੌਕਰੀ ਸੀਗੀ ਸਾਡੀ ਜਿੱਦਾਂ ਚੱਲਦੀ ਸੀਗੀ ਭਰਤੀ, ਸਾਨੂੰ ਉਹੀ ਸੇਮ ਪੋਜੀਸ਼ਨ ਚਾਹੀਦੀ ਜਿੱਦਾਂ ਪ੍ਰੋਸੈਸਰ ਸੀਗਾ, ਸਾਰਾ ਚਾਹੀਦਾ ਸਾਨੂੰ ਸੇਮ। ਸਾਨੂੰ 4 ਸਾਲ ਦੀ ਨੌਕਰੀ ਨਹੀਂ ਚਾਹੀਦੀ। 4 ਸਾਲ ਲਈ ਕਿ ਤੁਸੀਂ ਆਪਣੇ ਲੀਡਰਾਂ ਨੂੰ ਕਹੋ ਕਿ 4 ਸਾਲ ਆਪਣੇ 2 ਸਾਲ ਆਪਣੇ ਕਿਆ ਕਹਿੰਦੇ ਆਪਣਾ ਪਾਰਲੀਮੈਂਟ 'ਚ ਰਹਿਣ, ਉਸ ਤੋਂ ਬਾਅਦ ਰਿਟਾਇਰਮੈਂਟ ਲੈ ਕੇ ਘਰੇ ਬੈਠਣ, ਕੋਈ ਪੈਨਸ਼ਨ ਨਹੀਂ ਦੇਣਾ, ਕੋਈ ਕੁਛ ਨਹੀਂ। ਜੇ ਇਹ ਮੰਨਦੇ ਆ ਤਾਂ ਅਸੀਂ ਵੀ 4 ਸਾਲ ਲਈ ਡਿਊਟੀ ਕਰਨ ਨੂੰ ਤਿਆਰ ਆ, ਜੇ 4 ਸਾਲ ਦੀ ਪੋਲੀਟੀਸ਼ਨ ਲਈ ਤਿਆਰ ਆ ਤਾਂ ਠੀਕ ਹੈ ਜੀ। ਅਤੇ ਰਹੀ ਗੱਲ ਬਾਕੀ ਸਾਡੇ 2 ਸਾਲ ਤੋਂ ਅਸੀਂ ਪੇਪਰ ਦਾ ਇੰਤਜ਼ਾਰ ਕਰ ਰਹੇ ਹਾਂ। ਮੈਡੀਕਲ ਫਿਜ਼ੀਕਲ ਅਸੀਂ ਫਿੱਟ ਹਾਂ, ਪਰ ਇਹ ਪੇਪਰ ਹੁਣ ਕਹਿ ਰਹੇ ਕਿ ਤੁਹਾਡਾ ਕੈਂਸਲ ਕੀਤਾ ਜਾਊਗਾ। ਜੇ ਸਾਨੂੰ ਪੇਪਰ ਕੈਂਸਲ ਕਰਦੇ ਆ, ਸਾਡਾ 1.5 ਸਾਲ ਪਹਿਲਾਂ ਕਿਉਂ ਨਹੀਂ ਦੱਸਿਆ ਸਾਨੂੰ ਕਿ ਤੁਹਾਡਾ ਪੇਪਰ ਕੈਂਸਲ ਹੋਊਗਾ। ਹੁਣ ਅਸੀਂ 1.5 ਸਾਲ ਤੋਂ ਬੇਰੁਜ਼ਗਾਰ ਘਰੇ ਬੈਠੇ, ਘਰ ਦੇ ਵੀ ਗਾਲਾਂ ਕੱਢਦੇ, ਧੱਕੇ ਮਾਰਦੇ, ਨਾ ਅਸੀਂ ਕਿਸੇ ਪੜ੍ਹਨ ਲੱਗੇ ਹਾਂ ਕਿਤੇ, ਨਾ ਕੁਛ ਕਰਨ ਲੱਗੇ ਹਾਂ। ਜੇ ਅਸੀਂ ਜੇ ਪੇਪਰ ਕੈਂਸਲ ਕਰ ਦੂੰਗੇ ਤਾਂ ਅਸੀਂ ਕਿੱਥੇ ਜਾਵਾਂਗੇ ਫਿਰ? ਸਾਡੇ 1.5 ਸਾਲ ਦੀ 2 ਸਾਲ ਮਿਹਨਤ ਲਾਈ ਆ, ਉਸ ਤੋਂ ਬਾਅਦ ਮੈਡੀਕਲ ਫਿਜ਼ੀਕਲ ਫਿੱਟ ਹੋਏ ਆ। ਹੁਣ 1.5 ਸਾਲ ਕਹਿੰਦੇ ਕਿ ਤੁਹਾਡਾ ਪੇਪਰ ਕੈਂਸਲ ਹੈ। ਹੁਣ ਅਸੀਂ ਕੀ ਕਰੀਏ? ਤੇ ਹੁਣ ਫੇਰ ਦੁਬਾਰਾ ਕਹਿੰਦੇ ਟੂਰ ਆਫ ਡਿਊਟੀ। 4 ਸਾਲ ਦੀ ਆਪਾਂ ਡਿਊਟੀ ਕਾਹਤੇ ਕਰੀਏ ਇਹ ਦੱਸੋ ਪਹਿਲਾਂ ਸਾਨੂੰ। ਅਸੀਂ ਇਸ ਦਾ ਸਖਤ ਵਿਰੋਧ ਕਰਦੇ ਹਾਂ। ਪੂਰੇ ਦੇਸ਼ 'ਚ ਵਿਰੋਧ ਹੋ ਰਿਹਾ ਹੈ ਤੇ ਅਸੀਂ ਵੀ ਕਰਦੇ ਹਾਂ। ਇਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਕਿਸੇ ਸਰਕਾਰ ਨੇ ਰੁਜ਼ਗਾਰ ਦੇਣ ਦੀ ਗੱਲ ਕੀਤੀ ਹੋਵੇ, ਨੌਕਰੀਆਂ ਦੇਣ ਦੀ ਗੱਲ ਕੀਤੀ ਹੋਵੇ ਤੇ ਆਪਣੇ ਦੇਸ਼ ਦਾ ਨੌਜਵਾਨ ਟ੍ਰੇਨਾਂ ਨੂੰ ਅੱਗਾ ਲਾ ਦੇਵੇ, ਸਰਕਾਰੀ ਮਸ਼ੀਨਰੀ ਦੀ ਭੰਨ ਤੋੜ ਕਰੇ ਤੇ ਮੁਜ਼ਾਹਰੇ ਕਰੇ। ਸੋ ਮੈਂ ਗੱਲ ਕਰ ਰਿਹਾ, ਕੱਲ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਜੀ ਨੇ ਅਗਨੀਪਥ ਸਕੀਮ ਨਾਲ ਲਾਂਚ ਕੀਤੀ ਹੈ। ਅਗਨੀਪਥ ਨਾਮ ਦਿੱਤਾ ਗਿਆ, ਜਿਹਦੇ ਵਿੱਚ 17.5 ਸਾਲ ਦੀ ਉਮਰ ਤੋਂ ਲੈ ਕੇ 21 ਸਾਲ ਦੀ ਉਮਰ ਤੱਕ ਨੌਜਵਾਨਾਂ ਨੂੰ 4 ਸਾਲ ਲਈ ਆਰਮੀ ਦੇ ਵਿੱਚ ਭਰਤੀ ਕੀਤਾ ਜਾਵੇਗਾ। 30,000 ਤਨਖਾਹ ਦਿੱਤੀ ਜਾਵੇਗੀ, 9,000 ਸ਼ਾਇਦ ਉਹਨਾਂ ਦਾ ਜਮ੍ਹਾਂ ਹੋਵੇਗਾ, 21,000 ਮਿਲੇਗਾ, ਆਖਰੀ ਸਾਲ ਦੇ ਵਿੱਚ 40,000 ਮਿਲੇਗਾ ਤੇ 4 ਸਾਲ ਬਾਅਦ ਉਹਨਾਂ ਨੂੰ ਰਿਟਾਇਰ ਕਰ ਦਿੱਤਾ ਜਾਵੇਗਾ। ਸੋ ਇਸ ਗੱਲ ਨੂੰ ਲੈ ਕੇ ਨੌਜਵਾਨਾਂ ਦੇ ਵਿੱਚ ਰੋਸ ਹੈ। ਹਾਲਾਂਕਿ ਮੈਂ ਇਸ ਗੱਲ ਦਾ ਹਾਮੀ ਨਹੀਂ ਕਿ ਭੰਨ ਤੋੜ ਕੀਤੀ ਜਾਵੇ, ਟ੍ਰੇਨਾਂ ਨੂੰ ਸਰਕਾਰੀ ਪ੍ਰਾਪਰਟੀ ਨੁਕਸਾਨ ਪਹੁੰਚਾਇਆ ਜਾਵੇ। ਸ਼ਾਂਤਮਈ ਤਰੀਕੇ ਨਾਲ ਆਪਣੀ ਗੱਲ ਰੱਖਣੀ ਚਾਹੀਦੀ ਹੈ, ਪਰ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹਨਾਂ ਨੌਜਵਾਨਾਂ 'ਚ ਗੁੱਸਾ ਕਿਉਂ ਆਇਆ। ਕਿ ਸਰਕਾਰ ਕਹਿੰਦੀ ਤਾਂ ਕਰੋੜਾਂ 20 ਲੱਖ ਨੌਕਰੀ ਕਹਿੰਦੀ ਸੀ 1 ਸਾਲ 'ਚ ਦੇਵਾਂਗੇ, ਪਰ ਹੁਣ ਤੁਸੀਂ 40,000 ਨੌਕਰੀ ਦੇਣੀ ਹੈ, ਉਹ ਵੀ ਤੁਸੀਂ ਠੇਕਾ ਭਰਤੀ। ਜੇ ਆਪਣੇ ਦੇਸ਼ ਦੀ ਫੌਜ ਵੀ ਹੁਣ ਠੇਕਾ ਭਰਤੀ ਕੀਤੀ ਜਾਵੇਗੀ ਤਾਂ ਸੁਭਾਵਿਕ ਗੱਲ ਹੈ ਕਿ ਨੌਜਵਾਨਾਂ ਦੇ ਵਿੱਚ ਗੁੱਸਾ ਜਾਇਜ਼ ਹੈ। 4 ਸਾਲ ਬਾਅਦ ਰਿਟਾਇਰ ਹੋਣੀ ਹੈ, ਕੋਈ ਪੈਨਸ਼ਨ ਨਹੀਂ ਲੱਗਣੀ ਉਹਨਾਂ ਨੂੰ, ਤੇ 4 ਸਾਲ ਬਾਅਦ ਫਿਰ ਉਹ ਕੀ ਕਰਨਗੇ। ਸੋ ਇਹ ਨੌਜਵਾਨਾਂ ਨੂੰ ਲੱਗਦਾ ਕਿ ਇਹ ਸਰਕਾਰ ਨੇ ਉਹਨਾਂ ਨਾਲ ਮਜ਼ਾਕ ਕੀਤਾ, ਭਾਵੇਂ ਕਿ ਉਹ ਹੋਰ ਗੱਲਾਂ ਸਰਕਾਰ ਬੜੀਆਂ ਦੱਸ ਰਹੀ ਹੈ ਨਾਲ, ਪਰ ਉਹਨਾਂ ਦੀ ਤਰਕ ਹੈ ਜਿਹੜੀ ਸਰਕਾਰ ਦੀ ਉਹ ਨੌਜਵਾਨ ਨਹੀਂ ਸਮਝ ਪਾ ਰਹੇ ਤੇ ਗੁੱਸੇ ਦਾ ਪ੍ਰਗਟਾਵਾ ਕਰ ਰਹੇ ਨੇ। ਕਿਸੇ ਇਹ ਗੱਲ ਭਾਰਤ ਦੀ ਸਰਕਾਰ ਨੂੰ ਵੀ ਸਮਝਣੀ ਚਾਹੀਦੀ ਹੈ ਕਿ ਜੇ ਫੌਜ ਦੇ ਵਿੱਚ ਵੀ ਆਪਾਂ ਠੇਕਾ ਭਰਤੀ ਲਿਆਏ ਤਾਂ ਬਾਕੀ ਸਰਕਾਰੀ ਨੌਕਰੀਆਂ ਦੇ ਵਿੱਚ ਹੁਣ ਆਪਾਂ ਸਮਝ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨੌਜਵਾਨਾਂ ਨੂੰ ਰੁਜ਼ਗਾਰ ਦੀ ਉਮੀਦ ਨਹੀਂ ਹੈ। ਇਹੋ ਕਾਰਨ ਹੈ ਕਿ ਪੰਜਾਬ ਦਾ ਦੇਸ਼ ਦਾ ਜਿਹੜਾ ਨੌਜਵਾਨ ਆ ਉਹ ਆਈਲੈਟਸ ਕਰਕੇ ਬਾਹਰ ਨੂੰ ਜਾ ਰਿਹਾ ਹੈ। ਸੋ ਚਿੰਤਾ ਇਸ ਗੱਲ ਦੀ ਹੈ ਕਿ ਜੇ ਹੁਣ ਆਰਮੀ ਦੇ ਵਿੱਚ ਫੌਜੀ ਵੀ ਠੇਕੇਦਾਰ ਪ੍ਰਣਾਲੀ ਦੇ ਰਾਹੀਂ ਭਰਤੀ ਕੀਤੇ ਜਾਣਗੇ ਤਾਂ ਆਪਣੇ ਦੇਸ਼ ਦਾ ਜਿਹੜਾ ਭਵਿੱਖ ਹੈ ਉਹ ਕਿੱਧਰ ਨੂੰ ਜਾ ਰਿਹਾ। ਤਾਂ ਹੀ ਨੌਜਵਾਨ ਨੇ ਜਿਹੜੇ ਆਈਲੈਟਸ ਕਰ ਬਾਹਰ ਨੂੰ ਜਾ ਰਹੇ ਨੇ। ਸਰਕਾਰਾਂ ਨੂੰ ਚੰਗੀਆਂ ਪਾਲਿਸੀਆਂ ਲਿਆਉਣੀਆਂ ਚਾਹੀਦੀ ਆ ਤੇ ਸਰਕਾਰ ਨੂੰ ਜੇ ਫੌਜੀਆਂ ਦਾ ਬਜਟ ਵੀ ਹੁਣ ਭਾਰੀ ਲੱਗਣ ਲੱਗ ਗਿਆ, ਉਹਨਾਂ ਦਾ ਜਿਹੜੀਆਂ ਉਹਨਾਂ ਨੂੰ ਸਹੂਲਤਾਂ ਦਿੰਦੇ ਨੇ ਜਿਹੜੇ ਦੇਸ਼ ਲਈ ਲੜਦੇ ਨੇ, ਜੇ ਉਹਨਾਂ ਦਾ ਬਜਟ ਵੀ ਭਾਰੀ ਲੱਗਣ ਲੱਗ ਗਿਆ ਤਾਂ ਸਰਕਾਰ ਫਿਰ ਹੁਣ ਸਾਨੂੰ ਨੌਜਵਾਨਾਂ ਨੂੰ ਕੀ ਦੇ ਸਕਦੀ ਹੈ। ਇਹ ਬੜੀ ਸਰਕਾਰ ਵਾਸਤੇ ਸ਼ਰਮਿੰਦਗੀ ਦੀ ਗੱਲ ਹੈ। ਸੋ ਉਹਨਾਂ ਨੂੰ ਨੌਜਵਾਨਾਂ ਦੇ ਹਿੱਤ ਦੇਖਣੇ ਚਾਹੀਦੇ ਨੇ। ਸਰਕਾਰ ਨੂੰ ਇਸ ਬਾਰੇ ਜ਼ਰੂਰ ਕੁਝ ਨਾ ਕੁਝ ਸੋਚਣਾ ਚਾਹੀਦਾ ਜਾਂ ਉਹਨਾਂ ਨੂੰ ਪੱਕੇ ਤੌਰ ਤੇ ਫੌਜ 'ਚ ਕਿਤੇ ਨਾ ਕਿਤੇ ਨੌਕਰੀ ਜ਼ਰੂਰ ਦੇਣੀ ਚਾਹੀਦੀ ਹੈ ਅਤੇ ਇਸ ਯੋਜਨਾ ਅਗਨੀਪਥ ਯੋਜਨਾ 'ਚ ਕੁਝ ਨਾ ਕੁਝ ਬਦਲਾਵ ਕਰਨਾ ਚਾਹੀਦਾ, ਨਹੀਂ ਤਾਂ ਕੇਂਦਰ ਸਰਕਾਰ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੈਮਰਾਮੈਨ ਪ੍ਰਦੀਪ ਦੇ ਨਾਲ ਮੁਕੇਸ਼ ਮਹਿਰਾ, ਵਿਜ਼ਨ ਪੰਜਾਬ ਟੀਵੀ, ਅੰਮ੍ਰਿਤਸਰ।